Hello everyone, welcome to Sri Shokats. Here study becomes easier। ਤਾਂ ਆਪਾਂ ਜੀ ਬਿੱਲ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਜਿਹੜਾ ਬਿੱਲ 8 ਮਾਰਚ 2021 ਨੂੰ ਜਿਹੜਾ ਪਾਸ ਕੀਤਾ ਗਿਆ, ਪਹਿਲਾਂ ਪ੍ਰੈਜ਼ੈਂਟ ਕੀਤਾ ਗਿਆ ਸੀ ਜੀ, ਕੱਲ੍ਹ ਉਸ ਨੂੰ ਪਾਸ ਕਰ ਦਿੱਤਾ ਗਿਆ। ਦ ਪੰਜਾਬ ਐਜੂਕੇਸ਼ਨ ਪੋਸਟਿੰਗ ਆਫ ਟੀਚਰਸ ਇਨ ਡਿਸਐਡਵਾਂਟੇਜਸ ਏਰੀਆਜ਼ ਬਿੱਲ 2021। ਜਦੋਂ ਇਹ ਪ੍ਰੈਜ਼ੈਂਟ ਕੀਤਾ ਗਿਆ ਸੀਗਾ ਜੀ ਵਿਧਾਨ ਸਭਾ ਦੇ ਵਿੱਚ, ਤਦ ਆਪਾਂ ਇਸ ਦੀ ਡਿਟੇਲ ਵੀਡੀਓ ਜਿਹੜੀ ਪਹਿਲਾਂ ਵੀ ਲੈ ਕੇ ਆਏ ਸੀਗੇ ਕਿ ਕੀ ਕੁਛ ਉਸ ਦੇ ਵਿੱਚ ਕਿਹਾ ਗਿਆ ਰਿਗਾਰਡਿੰਗ ਪੋਸਟਿੰਗ ਜਿਹੜੀ ਹੈਗੀ ਬਾਰਡਰ ਏਰੀਆ ਦੇ ਵਿੱਚ ਜਾਂ ਡਿਸਐਡਵਾਂਟੇਜ ਏਰੀਆ ਦੇ ਵਿੱਚ ਕਿਹੜੀ ਉਹਦੇ ਰਿਗਾਰਡਿੰਗ ਕੀ ਉਹਨਾਂ ਨੇ ਨੋਟੀਫਿਕੇਸ਼ਨਸ ਇਹਦੇ ਵਿੱਚ ਦਿੱਤੀਆਂ ਨੇ, ਅਤੇ ਪਲੱਸ ਪ੍ਰੋਬੇਸ਼ਨ ਪੀਰੀਅਡ ਨੂੰ ਲੈ ਕੇ ਇਹਦੇ ਵਿੱਚ ਬਹੁਤ ਸਾਰਾ ਡਾਊਟ ਬਣਿਆ ਹੋਇਆ ਸੀ, ਅਤੇ ਉਹਦੇ ਆਪਾਂ ਇੱਕ ਡਿਟੇਲ ਵੀਡੀਓ ਬਣਾਈ ਸੀ ਚੈਨਲ 'ਤੇ। ਹੁਣ ਉਹ ਬਿੱਲ ਜਿਹੜਾ ਹੈਗਾ ਜੀ ਪਾਸ ਕਰ ਦਿੱਤਾ ਗਿਆ, ਅਤੇ ਇਹਦੀ ਜਿਹੜੀ ਹੈਗੀ ਹੈ ਡਿਟੇਲ ਦਾ ਵੀਡੀਓ ਆਪਾਂ ਇੱਥੇ ਤੁਹਾਡੇ ਸਾਹਮਣੇ ਸ਼ੋਅ ਕਰ ਰਹੇ ਹਾਂ। ਦੇਖੋ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਡਿਟੇਲ ਜਿਹੜਾ ਹੈਗਾ ਬਿੱਲ ਉਹਨਾਂ ਨੇ ਦਿੱਤਾ ਹੈ, ਅਤੇ ਇਹਦੇ ਵਿੱਚ ਜਿਹੜਾ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਆਪਾਂ ਉਹਦੀ ਗੱਲ ਕਰਦੇ ਹਾਂ। ਦੇਖੋ ਇਹਦੇ ਵਿੱਚ ਕਿਹਾ ਕਿ ਗਿਆ ਇਸ ਬਿੱਲ ਦੇ ਅਕੋਰਡਿੰਗ ਇਹ ਗੱਲ ਕੀਤੀ ਗਈ ਹੈ ਜੀ ਕਿ ਜਿੰਨੀ ਵੀ ਨਵੀਂ ਭਰਤੀ ਹੋਣੀ ਹੈ 8 ਮਾਰਚ 2021 ਨੂੰ ਇਹ ਬਿੱਲ ਪਾਸ ਹੋਇਆ, ਯਾਨੀ ਕਿ ਉਸ ਤੋਂ ਬਾਅਦ ਹੋਣ ਵਾਲੀ ਸਾਰੀ ਨਵੀਂ ਭਰਤੀਆਂ ਜਿਹੜੀਆਂ ਹੋਣਗੀਆਂ ਉਹਨਾਂ 'ਤੇ ਇਹ ਲਾਗੂ ਹੋਏਗਾ। ਅਤੇ ਉਹਦੇ ਅਕੋਰਡਿੰਗ ਇਹ ਹੈਗਾ ਜੀ ਕਿ ਜਿੰਨੀ ਵੀ ਪੋਸਟਿੰਗ ਹੋਏਗੀ ਹੁਣ ਅੱਗੇ, ਉਹ ਸਾਰੀ ਜਿਹੜੀ ਹੈ ਡਿਸਐਡਵਾਂਟੇਜਸ ਏਰੀਆ ਦੇ ਵਿੱਚ, ਯਾਨੀ ਕਿ ਉਹਨਾਂ ਦੀ ਇਨੀਸ਼ੀਅਲ ਪੋਸਟਿੰਗ ਜਿਹੜੀ ਹੈ, ਸਭ ਤੋਂ ਪਹਿਲੀ ਪੋਸਟਿੰਗ ਜਿਹੜੀ ਪ੍ਰੋਬੇਸ਼ਨ ਪੀਰੀਅਡ ਦੀ ਹੁੰਦੀ ਹੈ, ਉਹ ਡਿਸਐਡਵਾਂਟੇਜਸ ਏਰੀਆ ਦੇ ਵਿੱਚ ਹੋਏਗੀ। ਚਾਹੇ ਉਹ ਬਾਰਡਰ ਏਰੀਆ ਦੀ ਪੋਸਟਿੰਗ ਹੈ, ਚਾਹੇ ਨੋਨ ਬਾਰਡਰ ਏਰੀਆ ਦੀ ਪੋਸਟਿੰਗ ਹੈ, ਕੋਈ ਉਸ ਦੇ ਨਾਲ ਮੈਟਰ ਨਹੀਂ ਕਰਦਾ। ਹੁਣ ਇਹ ਕੰਪਲਸਰੀ ਕਰ ਦਿੱਤਾ ਹੈ ਕਿ ਜਿਹੜੀ ਟੀਚਰਸ ਦੀ ਜਿਹੜੀ ਪਹਿਲੀ ਪੋਸਟਿੰਗ ਹੈ ਉਹ ਡਿਸਐਡਵਾਂਟੇਜ ਏਰੀਆ ਦੇ ਵਿੱਚ ਹੋਏਗੀ। ਅਤੇ ਇਹ ਚੀਜ਼ ਹੈ, ਹੁਣ ਇਹ ਜਿਹੜੀ ਪੋਸਟਿੰਗ ਹੈ ਕਿ ਡਿਸਐਡਵਾਂਟੇਜ ਏਰੀਆ ਦੇ ਵਿੱਚ ਰਹੇਗੀ, ਬਾਰਡਰ ਏਰੀਆ ਦੇ ਵਿੱਚ ਹੀ ਹੋਏਗੀ। ਮਤਲਬ ਬਾਰਡਰ ਕਿਹੜੇ ਏਰੀਆਜ਼ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ। ਇੱਕ ਤਾਂ ਬਾਰਡਰ ਏਰੀਆ ਦੇ ਵਿੱਚ ਸਭ ਤੋਂ ਪਹਿਲੀ ਪੋਸਟਿੰਗ ਰਹੇਗੀ ਤੁਹਾਡੀ, ਪਲੱਸ ਨਾਲ ਹੀ ਇਹਨਾਂ ਦੇ ਕੁਛ ਡਿਸਐਡਵਾਂਟੇਜਸ ਏਰੀਆਜ਼ ਵੀ ਇਹਦੇ ਨਾਲ ਐਡ ਕੀਤੇ ਹੋਏ ਆ, ਪਲੱਸ ਕੁਛ ਐਜੂਕੇਸ਼ਨਲ ਬਲੋਕਸ ਵੀ ਜਿਹੜੇ ਹੈਗੇ ਇਹਨਾਂ ਦੇ ਵਿੱਚ ਐਡ ਕੀਤੇ ਹੋਏ ਨੇ, ਅਤੇ ਇਹਨਾਂ ਨੂੰ ਮਿਲਾ ਕੇ ਜਿਹੜੀ ਹੈਗੀ ਹੈ ਇਹਨਾਂ ਸਾਰੀ ਏਰੀਆਜ਼ ਦੇ ਵਿੱਚ ਪਹਿਲੀ ਪੋਸਟਿੰਗ ਜਿਹੜੀ ਹੈ ਹੁਣ ਹੋਇਆ ਕਰੇਗੀ, ਜਿੰਨੀ ਵੀ ਇਨੀਸ਼ੀਅਲ ਪੋਸਟਿੰਗ ਹੈਗੀ ਆ, ਠੀਕ। ਅਤੇ ਇਹ ਹੈਗੀ ਜੀ, ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਡਿਸਐਡਵਾਂਟੇਜਸ ਏਰੀਆ ਕਿਹੜੇ ਇਹਨਾਂ ਨੇ ਕਹੇ ਹੈ। ਹਾਂਜੀ, ਤੁਸੀਂ ਦੇਖ ਸਕਦੇ ਹੋ ਇੱਥੇ ਆ ਰਿਹਾ ਪੁਆਇੰਟ, ਅਤੇ ਇਸ ਪੁਆਇੰਟ ਦੇ ਵਿੱਚ ਦਿੱਤੇ ਹੋਏ ਕਿ ਡਿਸਐਡਵਾਂਟੇਜ ਏਰੀਆ ਕਿਹੜੇ ਹੈ। ਮੀਨਸ ਆਲ ਸਕੂਲ ਸਿਚੁਏਟਡ ਇਨ ਦਾ ਬਾਰਡਰ ਡਿਸਟ੍ਰਿਕਟ, ਮਤਲਬ ਡਿਸਐਡਵਾਂਟੇਜਸ ਏਰੀਆ ਤੋਂ ਮਤਲਬ ਜਿਹੜੇ ਬਾਰਡਰ ਏਰੀਆ ਦੇ ਵਿੱਚ ਡਿਸਟ੍ਰਿਕਟ ਹੈਗੇ, ਜਿਵੇਂ ਅੰਮ੍ਰਿਤਸਰ ਹੋ ਗਿਆ, ਗੁਰਦਾਸਪੁਰ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਫਾਜ਼ਿਲਕਾ, ਪਠਾਨਕੋਟ, ਤਰਨਤਾਰਨ, ਪਲੱਸ ਨਾਲ ਕੁਛ ਐਜੂਕੇਸ਼ਨਲ ਬਲੋਕਸ ਜਿਹੜੇ ਆ ਉਹ ਹੋ ਗਏ। ਐਜੂਕੇਸ਼ਨਲ ਬਲੋਕਸ ਕਿਹੜੇ ਹੋਣਗੇ ਜੀ, ਜਿੱਥੇ 20% ਤੋਂ 20% ਜਾਂ ਇਸ ਤੋਂ ਜ਼ਿਆਦਾ ਜਿੱਥੇ ਟੀਚਰਸ ਦੀਆਂ ਪੋਸਟ ਜਿਹੜੀਆਂ ਨੇ ਵੇਕੈਂਟ ਪਈਆਂ ਨੇਗੀਆਂ, ਤਾਂ ਉਹ ਵੀ ਜਿਹੜੇ ਐਜੂਕੇਸ਼ਨਲ ਬਲੋਕਸ ਇਹਦੇ ਅੰਡਰ ਲੈ ਲਏ ਜਾਣਗੇ, ਅਤੇ ਇਹਨਾਂ ਦੇ ਵਿੱਚ ਸਭ ਤੋਂ ਪਹਿਲੀ ਪੋਸਟਿੰਗ ਜਿਹੜੀ ਆ ਹੋਏਗੀ। ਅਤੇ ਜਿੱਥੇ ਜਿਹੜੇ ਉੱਥੇ ਆਲਰੇਡੀ ਹੋਣਗੇ, ਉਸ ਪੋਸਟ ਦੇ ਜਿਹੜੇ ਟੀਚਰਸ ਆਲਰੇਡੀ ਹੋਣਗੇ, ਉਹਨਾਂ ਨੂੰ ਫਿਰ ਟਰਾਂਸਫਰ ਜਿਹੜੀ ਉਹਨਾਂ ਦੀ ਕਰਕੇ ਉਹਨਾਂ ਦੇ ਦੂਸਰੇ ਏਰੀਆਜ਼ ਦੇ ਵਿੱਚ, ਯਾਨੀ ਕਿ ਉਹਨਾਂ ਦੇ ਹੋਮ ਟਾਊਨ ਏਰੀਆ ਦੇ ਵਿੱਚ ਉਹਨਾਂ ਦੀ ਟਰਾਂਸਫਰ ਅਲਾਓ ਕਰ ਦਿੱਤੀ ਜਾਏਗੀ। ਅਤੇ ਇਹ ਜਿਹੜੇ ਨਵੀਂ ਭਰਤੀ ਹੋਣੀ ਆ ਉਹਨਾਂ ਨੂੰ ਇਹਨਾਂ ਏਰੀਆ ਦੇ ਵਿੱਚ ਜਾ ਕੇ ਆਪਣਾ ਪ੍ਰੋਬੇਸ਼ਨ ਪੀਰੀਅਡ ਜਿਹੜਾ ਕੰਪਲੀਟ ਕਰਨਾ ਹੋਏਗਾ। ਅਤੇ ਇਹ ਤਾਂ ਹੈਗੀ ਜੀ ਇਨਫੋਰਮੇਸ਼ਨ ਕਿ ਪ੍ਰੋਬੇਸ਼ਨ ਪੀਰੀਅਡ ਤੁਹਾਨੂੰ ਕਿੱਥੇ ਲਗਾਉਣਾ ਹੈ, ਜਾਂ ਨਵੀਂ ਭਰਤੀ ਜਿਹੜੀ ਹੋਏਗੀ ਉਹ ਚਾਹੇ ਕਿਹੜੇ ਵੀ ਏਰੀਆ ਦੀ ਹੈ, ਉਹਦੀ ਸਭ ਤੋਂ ਪਹਿਲੀ ਪੋਸਟਿੰਗ ਜਿਹੜੀ ਹੈ ਬਾਰਡਰ ਏਰੀਆ ਦੇ ਵਿੱਚ ਅਤੇ ਐਜੂਕੇਸ਼ਨਲ ਬਲੋਕ ਡਿਸਐਡਵਾਂਟੇਜਸ ਏਰੀਆ ਦੇ ਵਿੱਚ ਹੋਏਗੀ। ਇਹ ਕੰਪਲਸਰੀ ਕਰ ਦਿੱਤਾ ਗਿਆ ਸਾਰਿਆਂ ਲਈ। ਹੁਣ ਗੱਲ ਆ ਜਾਂਦੀ ਹੈ ਆਪਣੀ 3704 ਅਤੇ ਮਾਸਟਰ ਕੈਡਰ ਦੀ, ਅਤੇ ETT ਦੀ, 2364 ਅਤੇ ETT ਦੀ। ਕਿਉਂਕਿ ਇਹਨਾਂ ਦੇ ਐਡਵਰਟੀਜ਼ਮੈਂਟਸ ਪਹਿਲਾਂ ਤੋਂ ਨਿਕਲੇ ਹੋਏ ਨੇ, ਪੋਸਟਿੰਗ ਜਿਹੜੀ ਪੋਸਟਿੰਗ ਹੋਣੀ ਹੈ ਇਹਨਾਂ ਦੀ, ਤਾਂ ਇਹਨਾਂ 'ਤੇ ਇਹ ਚੀਜ਼ ਐਪਲੀਕੇਬਲ ਨਹੀਂ ਹੈਗੀ, ਕਿਉਂਕਿ ਇਹਨਾਂ ਨੇ ਇਹ ਕਿਹਾ ਕਿ ਇਹ ਜਿਹੜੇ 8 ਮਾਰਚ 2021 ਨੂੰ ਅਪਲਾਈ ਹੋਇਆ ਹੈਗਾ, ਮਤਲਬ ਲਾਗੂ ਹੋਇਆ, ਤਾਂ ਉਸ ਤੋਂ ਬਾਅਦ ਜਿਹੜੀ ਭਰਤੀ ਹੋਣੀ ਹੈ ਉਹਨਾਂ 'ਤੇ ਐਪਲੀਕੇਬਲ ਹੋਏਗਾ। ਹਾਂ, ਹੁਣ ਇਹ 3704 'ਤੇ ਕਰਦੇ ਆ ਕਿ ਨਹੀਂ ਕਰਦੇ, ਅਗਰ ਆਪਾਂ ਦੇਖੀਏ ਕਿ ਅਗਰ ਇਹ 3704 'ਤੇ ਮੰਨ ਲਓ ਐਪਲੀਕੇਬਲ ਹੋ ਵੀ ਜਾਂਦਾ, ਜਾਂ 2364 ETT 'ਤੇ ਹੋ ਵੀ ਜਾਂਦਾ ਐਪਲੀਕੇਬਲ, ਤਾਂ ਕਿਉਂਕਿ 3582 ਦੇ ਜਿੰਨੇ ਟੀਚਰਸ ਹੈਗੇ, ਇਸ ਤੋਂ ਪਹਿਲਾਂ ਦੇ ਪੋਸਟਿੰਗ ਵਾਲੇ ਜਿੰਨੇ ਟੀਚਰਸ ਹੈਗੇ ਆ, ਉਹਨਾਂ ਸਾਰਿਆਂ ਨੂੰ ਟਰਾਂਸਫਰ ਜਿਹੜੀ ਅਲਾਓ ਕਰ ਦਿੱਤੀ ਹੈ, ਅਤੇ ਉਹ ਟਰਾਂਸਫਰ ਕਰਕੇ ਆਪਣੇ ਹੋਮ ਟਾਊਨ ਦੇ ਜਿਹੜੇ ਡਿਸਟ੍ਰਿਕਟਸ ਹੈ ਉਹਨਾਂ ਦੇ ਵਿੱਚ ਆ ਚੁੱਕੇ ਨੇ। ਸੋ ਉੱਥੇ ਜਿਹੜੀਆਂ ਪੋਸਟ ਹੈਗੀਆਂ ਨੇ ਉਹ ਵੇਕੈਂਟ ਹੈਗੀਆਂ ਨੇ, ਤਾਂ ਓਬਵੀਅਸਲੀ ਤਾਂ ਹੁਣ ਜਿਹੜੇ 3704 ਵਾਲੇ ਜਿਨ੍ਹਾਂ ਨੂੰ ਅਪਾਇੰਟਮੈਂਟ ਜਿਹੜੀ ਹੋਏਗੀ, ਉਹਨਾਂ ਦੀ ਜੁਆਇਨਿੰਗ ਹੋਏਗੀ, ਤਾਂ ਬਾਰਡਰ ਏਰੀਆ ਦੇ ਵਿੱਚ ਹੀ ਹੋਏਗੀ, ਕਿਉਂਕਿ ਉਹਦੇ ਸੀਟਸ ਵਗੈਰਾ ਵੇਕੈਂਟ ਹੈਗੀਆਂ ਨੇ। ਅਤੇ ਅਗਰ ਉੱਥੇ ਮੰਨ ਲਓ 3704 'ਤੇ ਅਪਲਾਈ ਨਹੀਂ ਵੀ ਕਰਦੇ, ਠੀਕ ਹੈ, ਉਹਨਾਂ 'ਤੇ ਬਾਰਡਰ ਏਰੀਆ 'ਚ ਤਾਂ ਉਹਨਾਂ ਨੇ ਜਾਣਾ ਹੀ ਹੈ, ਅਗਰ ਉਹਨਾਂ 'ਤੇ ਅਪਲਾਈ ਨਹੀਂ ਵੀ ਹੁੰਦਾ ਤਾਂ ਨੈਕਸਟ ਜਿਹੜੀ ਭਰਤੀ ਆਏਗੀ ਉਸ 'ਤੇ ਜ਼ਰੂਰ ਅਪਲਾਈ ਹੋਏਗਾ। ਤਾਂ ਨੈਕਸਟ ਜਿਹੜੀ ਭਰਤੀ ਜੋ ਕਿ ਬਹੁਤ ਹੀ ਜਲਦੀ ਆਉਣ ਵਾਲੀ ਹੈ, ਉਸ 'ਤੇ ਸਾਰੇ ਜਿਹੜੇ ਨਵੇਂ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਫਿਰ ਉਹਨਾਂ ਏਰੀਆਜ਼ ਦੇ ਵਿੱਚ ਜਾਣਾ ਪਊਗਾ, ਬਾਰਡਰ ਏਰੀਆਜ਼ ਦੇ ਵਿੱਚ ਜਾਣਾ ਪਏਗਾ, ਡਿਸਐਡਵਾਂਟੇਜ ਏਰੀਆ ਦੇ ਵਿੱਚ ਜਾਣਾ ਪਏਗਾ। ਅਤੇ ਜਿਵੇਂ ਉਹ ਉੱਥੇ ਜਾਣਗੇ ਤਾਂ 3704 ਵਾਲੇ, 2364 ਵਾਲੇ ਅਗਰ ਉਹ ਉੱਥੇ ਹੋਣਗੇ, ਤਾਂ ਉਹਨਾਂ ਨੂੰ ਫਿਰ ਉੱਥੋਂ ਕੀ ਹੈ ਉਹ ਟਰਾਂਸਫਰ ਜਿਹੜੀ ਉਹਨਾਂ ਨੂੰ ਮਿਲ ਜਾਏਗੀ ਆਪਣੇ ਇੱਧਰ ਵਾਲੇ ਏਰੀਆ 'ਚ। ਤਾਂ ਫਾਇਦਾ ਮਤਲਬ ਇਸ ਚੀਜ਼ ਦਾ ਇਹ ਹੈਗਾ ਕਿ ਜਿਹੜੇ 3704 ਅਤੇ 2364 ETT ਵਾਲਿਆਂ ਨੂੰ, ਕਿ ਉਹਨਾਂ ਦੀ ਟਰਾਂਸਫਰਸ ਮੇ ਵੀ ਜਲਦੀ ਹੋ ਸਕਦੀ ਹੈ, ਕਿਉਂਕਿ ਨਵੀਂ ਭਰਤੀ ਨੇ ਤਾਂ ਫਿਰ ਉੱਧਰ ਹੀ ਜਾਣਾ ਹੈ। ਅਤੇ ਇਹ ਹੈਗਾ ਦੂਸਰਾ ਇਹ ਹੈ ਕਿ ਮੰਨ ਲਓ ਅਗਰ ਉੱਥੇ ਪੋਸਟ ਜਿਹੜੀਆਂ ਹੈਗੀਆਂ ਨੇ ਸਾਰੀਆਂ ਨਾ ਹੋਣ, ਦੇਖੋ ਇੱਥੇ ਇੱਕ ਪੈਰਾਗ੍ਰਾਫ ਮੈਂ ਤੁਹਾਨੂੰ ਦਿਖਾਉਂਦੀ ਹਾਂ।
ਹਾਂਜੀ, ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਪੈਰਾਗ੍ਰਾਫ ਹੈਗੀਆਂ ਇਹਨਾਂ ਦੇ ਵਿੱਚ ਇਹੀ ਦੱਸਿਆ ਹੋਇਆ ਕਿ ਮੰਨ ਲਓ ਅਗਰ ਡਿਸਐਡਵਾਂਟੇਜ ਏਰੀਆ ਦੇ ਵਿੱਚ ਨੰਬਰ ਆਫ ਪੋਸਟ ਜਿਹੜੀਆਂ ਅਵੇਲੇਬਲ ਨਹੀਂ ਹੈਗੀਆਂ, ਤਾਂ ਫਿਰ ਜਿਹੜੇ ਮੈਰੀਟੋਰੀਅਸ ਕੈਂਡੀਡੇਟਸ ਹੈਗੇ ਨੇ ਹਾਈ ਮੈਰਿਟ ਵਾਲੇ, ਤਾਂ ਉਹਨਾਂ ਨੂੰ ਫਿਰ ਆਪਣੀ ਦੂਸਰੇ ਏਰੀਆਜ਼ ਦੇ ਵਿੱਚ ਵੀ ਜਿਹੜੀ ਪੋਸਟ ਮਿਲ ਜਾਂਦੀ ਹੈ। ਤੇ ਮੰਨ ਲਓ ਡਿਸਐਡਵਾਂਟੇਜ ਏਰੀਆ ਦੇ ਵਿੱਚ ਉਹਨੀਆਂ ਪੋਸਟਾਂ ਹੀ ਵੀਕੈਂਟ ਨਹੀਂ ਹੈਗੀਆਂ ਜਾਂ ਉਹਨੀਆਂ ਪੋਸਟਾਂ ਹੀ ਅਵੇਲੇਬਲ ਨਹੀਂ ਹੈਗੀਆਂ, ਤਾਂ ਫਿਰ ਉਸਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਉਸੇ ਏਰੀਆ ਦੇ ਵਿੱਚ ਫਿਲ ਕਰਨੇ ਨੇ। ਅਗਰ ਉੱਥੇ ਪੋਸਟ ਹੈਗੀਆਂ ਨੇ ਤਾਂ ਉੱਥੇ ਅਪਾਇੰਟਮੈਂਟ ਹੋਏਗੀ, ਅਗਰ ਨਹੀਂ ਹੈਗੀਆਂ ਤਾਂ ਮੈਰੀਟੋਰੀਅਸ ਕੈਂਡੀਡੇਟਸ ਜਿਹੜੇ ਹੋਣਗੇ ਫਿਰ ਉਹਨਾਂ ਨੂੰ ਆਪਣੇ ਹੋਮ ਟਾਊਨ ਦੇ ਵਿੱਚ ਸੀਟ ਮਿਲ ਜਾਏਗੀ। ਤਾਂ ਮਤਲਬ ਇਹ ਹੈ ਕਿ ਹੁਣ ਨੈਕਸਟ ਭਰਤੀ ਜਿਹੜੀ ਹੋਗੀ ਉਹਦੇ ਵਿੱਚ ਜ਼ਰੂਰ ਆਪਣੀ ਪੂਰੀ ਪ੍ਰੈਪਰੇਸ਼ਨ ਰੱਖੋ, ਕਿਉਂਕਿ ਨੈਕਸਟ ਭਰਤੀ ਜਿਹੜੀ ਹੁੰਦੀ ਹੈ ਉਹ 'ਚ ਹਾਈ ਮੈਰਿਟ ਵਾਲੇ ਹੋਣਗੇ, ਤਾਂ ਉਹਨਾਂ ਪਾਸ ਚਾਂਸਿਸ ਹੈਗੇ ਕਿ ਉਹਨਾਂ ਨੂੰ ਆਪਣੇ ਹੋਮ ਟਾਊਨ ਦੇ ਵਿੱਚ ਜਿਹੜੀ ਹੈ ਮਿਲ ਜਾਵੇ। ਬਾਕੀ ਜਿਹੜੇ 3704 ਤੇ ETT ਵਾਲੇ ਹੈਗੇ ਤੇ ਹੋਪਸ ਹੋ ਕਿ ਉਹਨਾਂ ਦੀ ਟ੍ਰਾਂਸਫਰ ਜਿਹੜੀ ਆ ਉਹ ਜਲਦੀ ਹੋ ਜਾਵੇ। ਤੇ ਇਹ ਹੈਗਾ ਜੀ ਇਹਦੇ ਵਿੱਚ। ਤੇ ਉਸ ਤੋਂ ਬਾਅਦ ਇਸ ਦੇ ਵਿੱਚ ਜਿਹੜਾ ਹੈ ਆਪਾਂ ਇੱਕ ਗੱਲ ਕੀਤੀ ਸੀ ਜੀ ਪ੍ਰੋਬੇਸ਼ਨ ਪੀਰੀਅਡ ਦੀ, ਆਪਾਂ ਲਾਸਟ ਟਾਈਮ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ, ਤੇ ਇਸ ਦੇ ਵਿੱਚ ਵੀ ਜਿਹੜੀ ਹੈ ਗੱਲ ਕਰਾਂਗੇ। ਪ੍ਰੋਬੇਸ਼ਨ ਪੀਰੀਅਡ ਜਿਹੜਾ ਹੈਗਾ ਜੀ ਉਹ 3 ਤੋਂ 4 ਸਾਲ ਦਾ ਨਹੀਂ ਹੋਇਆ। ਇੱਕ ਲਾਈਨ ਜਿਹੜੀ ਹੈਗੀ ਹੈ ਉਹ ਵਰਡ ਜਿਹੜਾ ਉੱਥੇ ਲਿਖਿਆ ਹੋਇਆ ਐਕਸਟੈਂਡੇਬਲ ਵਰਡ ਲਿਖਿਆ ਹੋਇਆ, ਐਕਸਟੈਂਡੇਬਲ ਟੂ 4 ਈਅਰਸ। ਤਾਂ ਐਕਸਟੈਂਡੇਬਲ ਟੂ 4 ਈਅਰਸ ਦਾ ਮਤਲਬ ਇਹ ਨਹੀਂ ਹੁੰਦਾ ਕਿ 4 ਈਅਰਸ ਦਾ ਹੋ ਗਿਆ, ਉਹ ਹੋ ਸਕਦਾ ਹੈ। ਕਿਸ ਕੇਸ ਦੇ ਵਿੱਚ ਹੋ ਸਕਦਾ ਹੈ? ਤਾਂ ਉਸ ਕੇਸ ਦੇ ਵਿੱਚ ਹੋ ਸਕਦਾ ਹੈ ਜੀ ਜਿੱਥੇ ਉਹਨਾਂ ਕਿਸੇ ਟੀਚਰ ਦਾ ਜਿਹੜਾ ਵਰਕ ਹੈਗਾ ਉਹ ਸੈਟਿਸਫੈਕਟਰੀ ਲੈਵਲ ਤੱਕ ਨਾ ਪਾਇਆ ਜਾਵੇ, ਯਾਨੀ ਕਿ ਉਹਨਾਂ ਦਾ ਸੈਟਿਸਫੈਕਟਰੀ ਮਤਲਬ ਉਹਨਾਂ ਦਾ ਕੰਮ ਦੇ ਵਿੱਚ ਕੋਈ ਕਮੀ ਹੈ ਜਾਂ ਉਹ ਨਹੀਂ ਉਹਨਾਂ ਨੂੰ ਸਹੀ ਲੱਗਿਆ, ਤਾਂ ਤਦ ਉਹ ਜਿਹੜਾ ਹੈ 4 ਸਾਲ ਤੱਕ ਦਾ ਵੱਧ ਸਕਦਾ, ਯਾਨੀ ਕਿ 1 ਸਾਲ ਹੋਰ ਵਧਾਇਆ ਜਾ ਸਕਦਾ ਹੈ। ਅਦਰਵਾਈਜ਼ ਉਹਨਾਂ ਦੀ ਜਿਹੜੀ ਅਗਰ ਅਪੁਆਇੰਟ ਕਰ ਲਿਆ ਜਾਂਦਾ ਟੀਚਰ ਪ੍ਰੋਬੇਸ਼ਨ ਤੋਂ ਬਾਅਦ, ਤਾਂ ਫਿਰ 3 ਸਾਲ ਦਾ ਹੀ ਪ੍ਰੋਬੇਸ਼ਨ ਪੀਰੀਅਡ ਹੈ, ਉਸਨੂੰ ਐਕਸਟੈਂਡ ਨਹੀਂ ਕੀਤਾ ਜਾਏਗਾ। ਤਾਂ ਇਸ ਲਾਈਨ ਦਾ ਮਤਲਬ ਇਹ ਨਾ ਸਮਝੋ ਕਿ 4 ਸਾਲ ਦਾ ਹੋ ਗਿਆ, ਪ੍ਰੋਬੇਸ਼ਨ ਪੀਰੀਅਡ ਜਿਹੜਾ ਉਹ 3 ਸਾਲ ਦਾ ਹੀ ਰਹੇਗਾ। ਤੇ ਜਿਹੜਾ ਪ੍ਰੋਬੇਸ਼ਨ ਪੀਰੀਅਡ ਤੋਂ ਬਾਅਦ ਜਿਹੜਾ 1 ਸਾਲ ਦਾ ਹੋਰ ਐਕਸਟੈਂਡ ਕਰਨ ਦਾ ਇੱਕ ਆਪਸ਼ਨ ਦਿੱਤਾ ਜਾਂਦਾ ਹੈ, ਉਹ ਆਪਸ਼ਨ ਵੀ 1 ਸਾਲ ਦਾ ਹੀ ਰਹੇਗਾ, 4 ਸਾਲ ਤੋਂ ਹੋਰ ਅੱਗੇ ਨਹੀਂ ਵਧਾਇਆ ਜਾ ਸਕਦਾ। ਅਗਰ ਉਸ ਤੋਂ ਬਾਅਦ ਵੀ ਕਿਸੇ ਟੀਚਰ ਦਾ ਜਿਹੜਾ ਹੈ ਨਹੀਂ ਸੈਟਿਸਫੈਕਟਰੀ ਲੈਵਲ ਤੱਕ ਉਹਦਾ ਕੰਮ ਰਹਿੰਦਾ, ਤਾਂ ਫਿਰ ਉਸਨੂੰ ਜਿਹੜਾ ਉੱਥੋਂ ਹਟਾ ਦਿੱਤਾ ਜਾਂਦਾ, ਉਹਦੀ ਅਪਾਇੰਟਮੈਂਟ ਨਹੀਂ ਹੁੰਦੀ। ਤਾਂ ਪਰ ਆਪਸ਼ਨ ਵੀ ਉਹਨੂੰ 1 ਸਾਲ ਤੋਂ ਹੋਰ ਜ਼ਿਆਦਾ ਨਹੀਂ ਦਿੱਤਾ ਜਾ ਸਕਦਾ। ਤਾਂ ਪ੍ਰੋਬੇਸ਼ਨ ਪੀਰੀਅਡ ਹਾਲੇ 3 ਸਾਲ ਦਾ ਹੀ ਹੈ, ਕੋਈ ਇਸ ਦੇ ਵਿੱਚ ਵਾਧੇ ਦੀ ਕੋਈ ਗੱਲ ਨਹੀਂ ਹੈ ਇੱਥੇ। ਤੇ ਇਹ ਹੈਗਾ ਜੀ, ਤੁਸੀਂ ਦੇਖ ਸਕਦੇ ਹੋ ਪੂਰਾ ਬਿੱਲ, ਜਿਹੜੀ ਵੀ ਆਪਾਂ ਪਹਿਲਾਂ ਡਿਟੇਲ ਦੇ ਵਿੱਚ ਗੱਲ ਕੀਤੀ ਸੀ ਜਦੋਂ ਪ੍ਰੈਜ਼ੈਂਟ ਕੀਤਾ ਗਿਆ ਸੀਗਾ, ਤੇ ਹੁਣ ਜਿਹੜਾ ਹੈਗਾ ਇਹ ਪੂਰਾ ਬਿੱਲ ਜਿਹੜਾ ਉਹ ਆ ਚੁੱਕਿਆ। ਤੁਸੀਂ ਇਸਨੂੰ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਅਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਸੀਗੀ ਪੋਸਟਿੰਗ ਦੇ ਰਿਲੇਟਡ ਕਿ ਡਿਸਐਡਵਾਂਟੇਜ ਏਰੀਆ ਦੇ ਵਿੱਚ ਹੀ ਰਹੇਗੀ ਹਰ ਸਾਲ। ਤੁਸੀਂ ਇੱਥੇ ਦੇਖ ਸਕਦੇ ਹੋ 5ਵਾਂ ਪੁਆਇੰਟ ਇੱਥੇ ਹੈਗਾ 31 ਜਨਵਰੀ ਨੂੰ ਹਰ ਸਾਲ ਕੈਲੰਡਰ ਈਅਰ ਦੇ ਅਕੋਰਡਿੰਗ 31 ਜਨਵਰੀ ਨੂੰ ਹਰ ਸਾਲ ਇਹ ਦੱਸਿਆ ਜਾਏਗਾ ਕਿ ਕਿਹੜੇ ਏਰੀਆਜ਼ ਜਿਹੜੇ ਨੇ ਉਹ ਡਿਸਐਡਵਾਂਟੇਜ ਏਰੀਆ ਦੇ ਵਿੱਚ ਆਉਂਦੇ ਨੇ। ਬੋਰਡਰ ਏਰੀਆ ਦੇ ਵਿੱਚ ਹੈ ਹੀ ਹੈ, ਪਲੱਸ ਐਜੂਕੇਸ਼ਨਲ ਬਲੋਕਸ ਵੀ ਇਹਦੇ ਵਿੱਚ ਕੁਛ ਐਡ ਹੋ ਜਾਣਗੇ, ਜਿੱਥੇ 20% ਤੋਂ ਜਿਹੜੇ ਜ਼ਿਆਦਾ ਸੀਟਸ ਹੈ ਵੀਕੈਂਟ ਪਈਆਂ ਨੇ, ਤਾਂ ਉਹ ਵੀ ਇਹਦੇ ਵਿੱਚ ਐਡ ਹੋ ਜਾਣਗੇ। ਤਾਂ ਉਹਨਾਂ ਸਾਰਿਆਂ ਦੀ ਸੀਟਸ ਦੀ ਜਿਹੜੀ ਲਿਸਟ ਹੈਗੀ ਹੈ ਉਹ ਹਰ ਸਾਲ 31 ਜਨਵਰੀ ਨੂੰ ਆਊਟ ਕੀਤੀ ਜਾਏਗੀ। ਅਤੇ ਉੱਥੇ ਸਭ ਤੋਂ ਨਵੀਂ ਭਰਤੀ ਦੀ ਸਭ ਤੋਂ ਪਹਿਲੀ ਪੋਸਟਿੰਗ ਇਹਨਾਂ ਏਰੀਆਜ਼ ਦੇ ਵਿੱਚ ਹੋਏਗੀ, ਅਤੇ ਉੱਥੇ ਜਿਹੜੇ ਲੱਗੇ ਹੋਣਗੇ ਉਹਨਾਂ ਦੀ ਟਰਾਂਸਫਰਜ਼ ਹੋ ਜਾਏਗੀ। ਅਤੇ ਅਗਰ ਕੋਈ ਸੀਟਸ ਵੇਕੈਂਟ ਨਹੀਂ ਹੈਗੀਆਂ ਜਾਂ ਸੀਟਸ ਹੁੰਦੀਆਂ ਨਹੀਂ ਹੈਗੀਆਂ, ਤਾਂ ਮੈਰੀਟੋਰੀਅਸ ਕੈਂਡੀਡੇਟਸ ਨੂੰ ਆਪਣੇ ਹੋਮ ਟਾਊਨ ਵੀ ਮਿਲ ਸਕਦੇ ਨੇ। ਠੀਕ, ਤਾਂ ਆਪਣੀ ਪ੍ਰੈਪਰੇਸ਼ਨ ਪੂਰੀ ਰੱਖੋ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਣੀ ਪ੍ਰੈਪਰੇਸ਼ਨ ਕਰੋ ਤਾਂ ਕਿ ਥੋੜ੍ਹੀ ਜ਼ਿਆਦਾ ਹਾਈ ਰੈਂਕ ਆ ਸਕਣ, ਅਤੇ ਤੁਸੀਂ ਮੈਰੀਟੋਰੀਅਸ ਕੈਂਡੀਡੇਟ ਨੂੰ ਜਿਹੜੇ ਚਾਂਸਿਸ ਹੈਗੇ ਕਿ ਹੋਮ ਟਾਊਨ ਮਿਲ ਜਾਏਗਾ। ਬਾਕੀ ਇਸ ਦੇ ਵਿੱਚ ਪ੍ਰੋਬੇਸ਼ਨ ਪੀਰੀਅਡ ਦੀ ਗੱਲ ਕੀਤੀ ਆਪਾਂ, ਪ੍ਰੋਬੇਸ਼ਨ ਪੀਰੀਅਡ ਜਿਹੜਾ 3 ਤੋਂ 4 ਸਾਲ ਦਾ ਨਹੀਂ ਹੋਇਆ, 3 ਸਾਲ ਦਾ ਹੀ ਰਹੇਗਾ। ਅਤੇ ਇਸੇ ਦੀ ਇਨਫੋਰਮੇਸ਼ਨ ਆਈ ਹੋਪ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਸਭ ਤੱਕ ਪਹੁੰਚ ਸਕੇ, ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ।